ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਜੋਤ ਰੂਪ ਹਰਿ ਆਪ, ਗੁਰੂ ਨਾਨਕ ਕਹਾਇਓ। ਤਾਂ ਤੇ ਅੰਗਦ ਭਇਓ, ਤਤ ਸਿਉ ਤਤ ਮਲਾਇਓ। ਅੰਗਦ ਕਿਰਪਾ ਧਾਰ, ਅੰਗਦ ਕਿਰਪਾ ਧਾਰ, ਅਮਰ ਗੁਰ ਥਿਰ ਕੀਓ। ਅੰਗਦ ਕਿਰਪਾ ਧਾਰ, ਅਮਰ ਗੁਰ ਥਿਰ ਕੀਓ। ਅਮਰਦਾਸ ਸੁਦਰਸ਼ਨ ਪਰਸ ਕੈ ਮਥੁਰਾ। ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੇਂ ਦੀਓ। ਗੁਰੂ ਰਾਮਦਾਸ ਦਰਸ਼ਨ ਪਰਸ ਕੈ ਮਥੁਰਾ। ਅੰਮ੍ਰਿਤ ਬੈਣ ਮੂਰਤ ਪੰਚ ਪਰਵਾਨ। ਗੁਰ ਅਰਜਨ ਭਿੱਖੋਂ ਨੈਣ। ਗੁਰ ਅਰਜਨ ਭਿੱਖੋਂ ਨੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਾਲਿਓ, ਅੱਜ ਆਪਾਂ ਜਪਜੀ ਸਾਹਿਬ ਦੀ ਕਥਾ ਦੇ ਵਿੱਚੋਂ ਬਚਨ ਨਹੀਂ ਕੋਈ ਸਾਂਝੇ ਕਰਨੇ, ਕਿਉਂਕਿ ਕੱਲ੍ਹ ਨੂੰ 3 ਜੂਨ ਆ ਸਵੇਰੇ, ਅਤੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਵਾ। ਉਹਦੇ ਸੰਬੰਧ ਵਿੱਚ ਆਪਾਂ ਬਚਨ ਕਰਨੇ ਨੇ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਸੰਬੰਧ ਵਿੱਚ ਭਾਈ ਗੁਰਦਾਸ ਜੀ ਹੋਣਾ ਨੇ, ਜੋ ਆਖਰੀ ਦਿਨ ਗੁਰੂ ਅਰਜਨ ਦੇਵ ਜੀ ਦਾ ਇਸ ਧਰਤੀ ਉੱਤੇ ਬਤੀਤ ਹੋਇਆ। 3 ਦਿਨ ਤਸੀਹੇ ਦਿੱਤੇ ਗਏ, ਅਤੇ ਪਰ ਭਾਈ ਗੁਰਦਾਸ ਨੇ ਉਹਨਾਂ ਤਸੀਹਿਆਂ ਦਾ ਵੀ ਜ਼ਿਕਰ ਕੀਤਾ ਹੈ। ਉਹ ਕਹਿੰਦੇ ਨੇ, ਰਹਿੰਦੇ ਗੁਰ ਦਰਿਆਓ ਵਿੱਚ, ਰਹਿੰਦੇ ਗੁਰ ਦਰਿਆ ਵਿੱਚ। ਗੁਰੂ ਕਿੱਥੇ ਰਹਿੰਦਾ ਹੈ? ਦਰਿਆ ਵਿੱਚ ਰਹਿੰਦਾ ਹੈ। ਹਾਲਾਂਕਿ ਗੁਰੂ ਤਾਂ ਗੁਰਦੁਆਰੇ ਰਹਿੰਦਾ ਹੈ, ਪਰ ਇਹ ਕਿਵੇਂ ਲਿਖਤਾ ਕਿ ਰਹਿੰਦੇ ਗੁਰ ਦਰਿਆਓ ਵਿੱਚ? ਦਰਿਆਓ ਕੌਣ ਹੈ? ਪਰਮਾਤਮਾ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤਲਾ। ਤੂੰ ਦਰਿਆਓ ਸਾ ਤੁਝ ਹੀ ਮਾਏ। ਆਪਾਂ ਰਹਿ ਰਾਸ ਨੂੰ ਪੜ੍ਹਦੇ ਹਾਂ, ਤੂੰ ਦਰਿਆਓ ਸਾ ਤੁਝ ਹੀ ਮਾਏ। ਪਰਮਾਤਮਾ ਦੀ ਤੁਲਨਾ ਇੱਕ ਦਰਿਆ ਦੇ ਨਾਲ ਦੇ ਦਿੱਤੀ ਆ, ਅਤੇ ਉਸ ਦਰਿਆ ਦੇ ਵਿੱਚ ਗੁਰੂ ਰਹਿੰਦਾ ਹੈ। ਅਤੇ ਅਗਲੀ ਤੁਕ ਉਹਨਾਂ ਲਿਖੀ ਕਿ ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ। ਗੁਰੂ ਦੀ ਕੁੱਲ ਕਿਹੜੀ ਆ? ਮੀਨ ਕੁੱਲ ਵਾ। ਹਾਲਾਂਕਿ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਕੁੱਲ ਵਾ, ਉਹ ਤੇ ਸੋਢੀ ਕੁੱਲ ਵਾ। ਗੁਰੂ ਰਾਮਦਾਸ ਸੋਢੀ ਨੇ, ਸੋਢ ਬੰਸ ਤੋਂ ਚੱਲੇ ਹੋਏ ਨੇ, ਅਤੇ ਗੁਰੂ ਅਰਜਨ ਦੇਵ ਜੀ ਸੋਢੀ ਨੇ। ਕਲਯੁਗ ਪੀੜ੍ਹੀ ਸੋਢੀਆਂ, ਨੇਚਰ ਨੀਮ ਉਸਾਰ ਖਿਲਾਰੀ। ਪਰ ਇੱਥੇ ਭਾਈ ਗੁਰਦਾਸ ਜੀ ਲਿਖਦੇ ਨੇ ਮੀਨ ਕੁਲੀਨ। ਗੁਰੂ ਦੀ ਕੁੱਲ ਕਿਹੜੀ ਆ? ਮੀਨ ਕੁੱਲ ਵਾ। ਸਮਝਣਾ ਪਏਗਾ ਇਸ। ਪਰਮਾਤਮਾ ਦਰਿਆਓ ਆ, ਅਤੇ ਦਰਿਆ ਵਿੱਚ ਮੱਛੀ ਰਹਿੰਦੀ ਆ, ਬੰਦੇ ਨਹੀਂ ਰਹਿੰਦੇ। ਬੰਦੇ ਬਾਹਰ ਰਹਿੰਦੇ ਨੇ। 42 ਸਜੀ ਜਲ ਮੇਂ ਹੋਤੇ। 42 ਲੱਖ ਅੰਦਰ ਨੇ ਅਤੇ 42 ਲੱਖ ਬਾਹਰ ਨੇ।
42 ਲੱਖ ਪਾਣੀ 'ਚ ਬੈਠਾ ਜੀ ਜੰਤੂ ਆ। ਅਤੇ ਅਜੀਬੋ ਗਰੀਬ ਕਹਾਣੀ ਹੈ ਕਿ ਉਹਨਾਂ ਦੀ ਜਿਹੜੀ ਖੁਰਾਕ ਵਾ ਉਹ ਮਾਸ ਵਾ, ਅਤੇ ਸਾਰਿਆਂ ਨੂੰ ਮਾਸ ਮਿਲ ਰਿਹਾ ਹੈ। ਜੀਆਂ ਕਾ ਆਹਾਰ ਜੀ, ਪਾਣੀ ਵਾਲੇ ਜਿੰਨੇ ਜੀ ਜੰਤੂ ਨੇ ਮਾਸ ਖਾਂਦੇ ਨੇ, ਅਤੇ ਸਾਰਿਆਂ ਨੂੰ ਮਾਸ ਮਿਲਦਾ ਹੈ ਖਾਣ ਵਾਸਤੇ। ਜਿੱਦਾਂ ਸ਼ੇਰ ਮਾਸ ਖਾਂਦਾ ਹੈ, ਬਾਜ ਮਾਸ ਖਾਂਦਾ ਹੈ। ਹੁਣ ਪਾਣੀ ਵਿੱਚ ਚੁੱਲ੍ਹੇ 'ਤੇ ਤਪਣੇ ਨਹੀਂ ਹੈ, ਉੱਥੇ ਮਾਸ ਹੀ ਖਾ ਲੈਂਦੇ ਨੇ। ਇਸੇ ਤਰ੍ਹਾਂ ਅਗਰ ਪ੍ਰਮਾਤਮਾ ਦਰਿਆ ਵਾ ਅਤੇ ਗੁਰੂ ਉਸ ਵਿੱਚ ਰਹਿੰਦਾ ਹੈ, ਅਤੇ ਉਹਦੀ ਕੁੱਲ ਮੀਨ ਕੁੱਲ ਵਾ। ਪਾਣੀ 'ਚ ਮੱਛੀ ਰਹਿ ਸਕਦੀ ਹੈ। ਉਦਾਹਰਨ ਦਿੱਤੀ ਗਈ ਹੈ ਕਿ ਗੁਰ ਦਰਿਆਓ ਸਦਾ ਜਲ ਨਿਰਮਲ। ਗੁਰੂ ਦਰਿਆ ਵਾ। ਕਦੀ ਗੁਰੂ ਨੂੰ ਦਰਿਆ ਕਹਿ ਦਿੱਤਾ, ਕਿਤੇ ਪ੍ਰਮਾਤਮਾ ਨੂੰ ਦਰਿਆ ਕਹਿ ਦਿੱਤਾ, ਅਤੇ ਕਦੀ ਬਾਬੇ ਫਰੀਦ ਵਰਗਿਆਂ ਨੇ ਫਰੀਦਾ ਕੰਧੀ ਮੈਂ ਨਾ ਢਾਏ, ਦਰਿਆ ਨੂੰ ਸੰਬੋਧਨ ਹੋ ਕੇ ਬਾਬਾ ਫਰੀਦ ਜੀ ਜਿੱਥੇ ਰਹਿੰਦੇ ਸਨ ਪਾਕ ਪੱਟਣ, ਉਹਦੇ ਨਾਲ ਦੀ ਇੱਕ ਦਰਿਆ ਵਗਦਾ ਹੈ। ਫਰੀਦਾ ਕੰਧੀ ਵਹਿ ਨਾ ਢਾਏ, ਉਹ ਬੜਾ ਉਥਾਮ 'ਤੇ ਆਇਆ ਹੋਇਆ ਅਤੇ ਬੜੀਆਂ ਛੱਲਾਂ ਮਾਰ ਮਾਰ ਕੇ ਕੰਧਿਆਂ ਨੂੰ ਸੁੱਟੀ ਜਾਂਦਾ ਹੈ। ਦਰਵੇਸ਼ ਉੱਧਰ ਨੂੰ ਤੁਰੇ ਜਾ ਰਹੇ ਨੇ ਬਾਬਾ ਫਰੀਦ ਜੀ, ਅਤੇ ਕਹਿੰਦੇ ਦਰਿਆ ਤੂੰ ਇਸ ਤਰ੍ਹਾਂ ਕਿਉਂ ਕਰ ਰਿਹਾ ਹੈ? ਕੰਧੀ ਵਹਿ ਨਾ ਢਾਏ ਤੋਪੀ ਲੇਖਾ ਦੇਵਣਾ, ਜਿੱਧਰ ਰੱਬ ਰਜ਼ਾਏ ਮੈਂ ਜਿੱਧਰ ਰੱਬ ਰਜਾਏ, ਜਿੱਧਰ ਦੀ ਰੱਬ ਨੂੰ ਰਜਾ ਉੱਧਰ 'ਚ ਜਾ, ਤੂੰ ਰਜਾ ਤੋਂ ਬਾਹਰ ਹੋ ਕੇ ਨਾ ਇਸ ਤਰ੍ਹਾਂ ਕਰ। ਜਿੱਧਰ ਰੱਬ ਰਜਾਏ ਵਹਿੰਤ ਦਾਊ ਗਾਉਂ ਕਰੇ, ਗਾਉਂ ਕਰੇ ਗਾਉਂ ਕਰਨਾ ਚੱਲਣਾ। ਉਸੇ ਦਰਿਆ ਦੇ ਕੰਢੇ 'ਤੇ ਬਾਬਾ ਫਰੀਦ ਜੀ ਬੈਠੇ ਹੋਏ ਨੇ, ਅਤੇ ਦੇਖਣ ਦੇ ਨੇ ਕਿ ਇੱਕ ਬਗਲਾ ਜਿਹੜਾ ਉਹ ਦਰਿਆ ਵਿੱਚੋਂ ਮੱਛੀ ਫੜਨ ਦੀ ਕੋਸ਼ਿਸ਼ ਕਰ ਰਿਹਾ, ਕੰਢੇ 'ਤੇ ਬੈਠਾ ਹੋਇਆ ਹੈ। ਉਹ ਮੱਛੀ ਫੜਨ ਦੀ ਕੋਸ਼ਿਸ਼ ਕਰ ਰਿਹਾ, ਅਤੇ ਉੱਤੋਂ ਬਾਜ ਆ ਗਿਆ ਅਤੇ ਉਹ ਬਗਲੇ ਨੂੰ ਫੜ ਕੇ ਲੈ ਗਿਆ। ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ। ਇਹ ਜਦੋਂ ਮਹਾਂਪੁਰਖਾਂ ਦੇ ਸਾਹਮਣੇ ਕੁਝ ਵੀ ਹੁੰਦਾ ਹੈ ਨਾ, ਉਹ ਬੜੇ ਸਾਵਧਾਨ ਹੁੰਦੇ ਨੇ, ਬੜੇ ਸੁਚੇਤ ਹੁੰਦੇ ਨੇ, ਉੱਥੋਂ ਗਿਆਨ ਲੈ ਲੈਂਦੇ ਨੇ। ਹਰ ਚੀਜ਼ ਵਿੱਚ ਗਿਆਨ ਵਾ ਮਹਾਂਪੁਰਖਾਂ ਵਾਸਤੇ। ਕਿਉਂ? ਉਹ ਵਿਸਮਾਦ ਵਿੱਚ ਜੀਂਦੇ ਨੇ। ਗੁਰੂ ਨਾਨਕ ਸਾਹਿਬ ਨੂੰ ਪੁੱਛੋ ਵਿਸਮਾਦ ਬਾਰੇ। ਆਸਾ ਦੀ ਵਾਰ ਦਾ ਸਲੋਕ, ਵਿਸਮਾਦ ਨਾਦ। ਰੱਬ ਨੇ ਕਰੋੜਾਂ ਤਰ੍ਹਾਂ ਦੀਆਂ ਆਵਾਜ਼ਾਂ ਪੈਦਾ ਕੀਤੀਆਂ ਨੇ ਜੀਵਾਂ ਜੰਤੂਆਂ ਦੀਆਂ, ਇਹ ਵਿਸਮਾਦ ਨਹੀਂ ਹੈ। ਆਹ ਹਾਰਮੋਨੀ ਦੀਆਂ 7 ਸੁਰਾਂ ਨੇ। ਹਾਲਾਂਕਿ ਦੁਨੀਆ ਦਾ ਜਿੰਨਾ ਵੀ ਸੰਗੀਤ ਵਾ ਉਹਦੀਆਂ ਸੁਰਾਂ 7 ਹੀ ਨੇ, ਅਤੇ ਵਿਸਮਾਦ ਨਾਦ ਰੱਬ ਨੇ ਕਰੋੜਾਂ ਅਰਬਾਂ ਆਵਾਜ਼ਾਂ ਪੈਦਾ ਕੀਤੀਆਂ। ਇੱਕ ਬੰਦੇ ਦੀ ਆਵਾਜ਼ ਦੂਸਰੇ ਬੰਦੇ ਨਾਲ ਨਹੀਂ ਲੱਗਦੀ, ਰਲਦੀ। ਜੇ ਸਾਡੇ ਹੁਣ 1 ਅਰਬ ਤੋਂ ਵੱਧ ਆਬਾਦੀ ਸਾਡੇ ਦੇਸ਼ ਦੀ ਹੈ, ਅਤੇ ਬੰਦਿਆਂ ਦੀ 1 ਅਰਬ ਤੋਂ ਵੱਧ ਆਵਾਜ਼ ਹੈ, ਆਵਾਜ਼ਾਂ ਨੇ। 1 ਅਰਬ ਤੋਂ ਵੱਧ ਆਵਾਜ਼ਾਂ ਨੇ, ਫਿਰ ਜੀ ਜੰਤੂ ਨੇ। ਇਹ ਵਿਸਮਾਦ ਵਾ। ਤੋਤੇ ਦੀ, ਕਾਂ ਦੀ, ਚਿੜੀਆਂ ਦੀ, ਹਾਥੀ ਦੀ, ਘੁੱਗੀ ਦੀ, ਸਾਰੋਂ ਵੱਖੋ ਵੱਖਰੀਆਂ ਆਵਾਜ਼ਾਂ ਨੇ। ਇਹਨੂੰ ਵਿਸਮਾਦ। ਫਰੀਦਾ ਦਰਿਆਵੇ ਕੰਨੇ ਬਗਲਾ। ਬਾਬਾ ਫਰੀਦ ਜੀ ਕੋਲ ਬੈਠੇ ਹੋਏ ਨੇ। ਬਗਲਾ ਵੀ ਮੱਛੀ ਫੜਨ ਦੀ ਸੋਚ ਰਿਹਾ, ਅਤੇ ਜਦੋਂ ਉਹ ਤੋਂ ਬਾਜ ਪੈ ਗਿਆ ਅਤੇ ਬਾਬਾ ਫਰੀਦ ਨੇ ਸਲੋਕ ਉਚਾਰਨ ਕਰ ਦਿੱਤਾ। ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝ ਨੂੰ, ਅੰਜਨ 'ਤੇ ਬਾਜ ਪਏ। ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰ ਰਹਿੰਦੇ ਗੁਰ ਦਰਿਆਓ ਵਿੱਚ। ਗੁਰੂ ਦਰਿਆ ਵਿੱਚ ਰਹਿੰਦਾ ਹੈ। ਦਰਿਆ ਕੌਣ ਹੈ? ਰੱਬ ਹੈ। ਅਤੇ ਜੇ ਗੁਰੂ ਦਰਿਆ ਵਿੱਚ ਰਹਿੰਦਾ ਤਾਂ ਉਹਨਾਂ ਦੀ ਕੁੱਲ ਕਿਹੜੀ ਆ? ਮੀਨ ਕੁਲੀਨ, ਮੀਨ ਕੁੱਲ ਵਾ ਉਹਨਾਂ ਦੀ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਕਿਹਾ, ਰੇ ਮਨ ਐਸੀ ਹਰ ਸਿਉ ਪ੍ਰੀਤ ਕਰ, ਜੈਸੀ ਮਛਲੀ ਨੀਰ।
ਮੱਛੀ ਦਾ ਪਿਆਰ ਕਿੱਥੇ ਹੈ? ਨੀਰ ਨਾਮ ਜੋ ਮਛਲੀ ਜਲ ਬੂਣ ਤੜਫੜਾਵੇ, ਉਹ ਤੜਫਦੀ ਹੈ ਨਾ। ਬਸ ਗੁਰੂ ਅਰਜਨ ਦੇਵ ਜੀ ਦੇ ਵੀ ਅੰਦਰ ਰੱਬੀ ਪਿਆਰ ਇਸ ਤਰ੍ਹਾਂ ਵਾ ਜਿਸ ਤਰ੍ਹਾਂ ਮੱਛੀ ਦੇ ਅੰਦਰ ਪਾਣੀ ਵਾਸਤੇ ਪਿਆਰ ਹੈ। ਤੇ ਸਾਨੂੰ ਵੀ ਕਹਿੰਦੇ ਰੇ ਮਨ ਐਸੀ ਹਰਸੋਂ ਪ੍ਰੀਤ ਕਰ ਜੈਸੀ ਮਛਲੀ ਨੀਰ, ਜਿਉ ਅਧ ਕੋ ਤਿਉ ਸੁਖ ਘਣੋ ਮਨ ਤਨ ਸ਼ਾਂਤ ਸਰੀਰ। ਦੁਨੀਆ ਸੋਚਦੀ ਆ ਵੀ ਜੇ ਅਸੀਂ ਗੁਰੂ ਦਾ ਸਰੀਰ ਖਤਮ ਕਰ ਦਿਆਂਗੇ ਤੇ ਗੁਰੂ ਖਤਮ ਹੋ ਜਾਏਗਾ। ਨਹੀਂ ਨਹੀਂ ਨਹੀਂ, ਗੁਰੂ ਦਾ ਸਰੀਰ ਖਤਮ ਹੋ ਸਕਦਾ ਹੈ, ਗੁਰੂ ਨਹੀਂ ਖਤਮ ਹੋ ਸਕਦਾ। ਕਿਉਂ? ਭਗਤ ਰਵਿਦਾਸ ਜੀ ਨੇ ਕਿਹਾ ਕਿ ਅਬ ਮੈਂ ਖੂਬ ਵਤਨ ਗਹਿ ਪਾਈ, ਮੈਨੂੰ ਉਹ ਜਗ੍ਹਾ ਮਿਲੀ ਹੋਈ ਜਿੱਥੇ ਮੌਤ ਹੀ ਨਹੀਂ ਹੈ। ਨਾਨਕ ਬੱਧਾ ਕਰਤਾ ਹਾਂ। ਗੁਰੂ ਅਰਜਨ ਦੇਵ ਜੀ, ਨਾਨਕ ਬੱਧਾ ਘਰ ਤਾਹਾਂ, ਜਿੱਥੇ ਮਿਰਤ ਨਾ ਜਨਮ ਜਰਾ, ਉੱਥੇ ਮੌਤ ਹੈ ਹੀ ਨਹੀਂ ਹੈ। ਤੇ ਕਿੱਦਾਂ ਮਾਰੋਗੇ ਤੁਸੀਂ ਗੁਰੂ ਨੂੰ? ਹੈ ਨਾ, ਜਿੱਦਾਂ ਸਤਿਗੁਰ ਮੇਰਾ ਸਦਾ ਸਦਾ, ਗੁਰੂ ਅਰਜਨ ਦੇਵ ਦਾ ਸੋਹੀ ਰਾਗ ਦੇ ਅੰਦਰ ਬਚਨ ਹੈ ਕਿ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ। ਹਾਲਾਂਕਿ ਗੁਰੂ ਆਇਆ ਵਾ ਧਰਤੀ ਉੱਤੇ, ਸਤਿਗੁਰੂ ਨਾਨਕ ਪ੍ਰਗਟਿਆ ਵਾ। ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਨਹੀਂ ਆਉਂਦਾ। ਨਾ ਆਵੇ ਨਾ ਜਾਵੇ। ਕਿਉਂ? ਉਹ ਅਬਨਾਸੀ ਪੁਰਖ ਹੈ, ਸਾਮੇ ਰਿਆ ਸਮਾਏ। ਸਤਿਗੁਰ ਮੇਰਾ, ਗੁਰੂ ਅਰਜਨ ਦੇਵ ਜੀ ਕਹਿੰਦੇ ਮੇਰਾ ਸਤਿਗੁਰ ਜਿਹੜਾ ਨਾ ਉਹ ਰੱਬ ਵਾ। ਤੇ ਰੱਬ ਨਾ ਆਇਆ ਨਾ ਜਾਂਦਾ ਵਾ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਜਿਹੜੇ ਗੁਰੂ ਪੀਰ ਹੁੰਦੇ ਨੇ, ਨਿਚਲ ਸੱਚ ਖੁਦਾਏ ਇੱਕ, ਖੁਦਾਏ ਬੰਦਾ ਬਨਾਸੀ। ਨਾ ਤੇ ਰੱਬ ਨੂੰ ਕੋਈ ਮਾਰ ਸਕਦਾ ਹੈ, ਨਾ ਸੰਤ ਨੂੰ ਮਾਰ ਸਕਦਾ ਹੈ, ਨਾ ਗੁਰੂ ਨੂੰ ਕੋਈ ਮਾਰ ਸਕਦਾ ਹੈ। ਕਿਉਂ? ਉਹ ਮੌਤ ਨਾਲੋਂ ਵੱਖਰੇ ਹੋ ਕੇ ਜੀਂਦੇ ਨੇ। ਸਰੀਰ ਆ ਗਿਆ, ਸਰੀਰ ਤੁਰ ਗਿਆ, ਇੱਕ ਵੱਖਰੀ ਗੱਲ। ਕਿਸੇ ਨੇ ਬੜੀਆਂ ਗੱਲਾਂ ਲਿਖੀਆਂ ਸੀ ਦੋ। ਉਹ ਕਹਿੰਦਾ ਮਹਿਲ ਰਹਿ ਗਏ, ਮਹਿਲ ਰਹਿ ਗਏ, ਮਾਲਕ ਤੁਰ ਗਏ। ਬੜੇ ਬੜੇ ਮਹਿਲ ਨੇ ਰਾਜਸਥਾਨ ਦੇ ਵਿੱਚ, ਖੰਡਰ ਪਏ ਨੇ। ਸਾਡੇ ਵੀ ਸਿੱਖ ਸਰਦਾਰਾਂ ਦੇ ਮਹਿਲ ਖੰਡਰ ਹੋ ਗਏ ਨੇ, ਕੋਈ ਨਹੀਂ ਗਿਆ ਮੁੜ ਕੇ। ਔਰੰਗਜ਼ੇਬ ਨੇ ਕਿੰਨੇ ਮਹਿਲ ਬਣਾਏ ਸੀ। ਫਰੀਦਾ ਮਹਿਲ ਨਸੱਖਣ ਰਹਿ ਗਏ, ਖਾਲੀ ਪਏ ਨੇ। ਵਸ ਆਇਆ ਤਲ, ਨੱਪ ਦਿੱਤਾ ਉਹਨਾਂ ਰਾਜਿਆਂ ਮਹਾਰਾਜਿਆਂ ਨੂੰ ਮਿੱਟੀ 'ਚ ਲੋਕਾਂ ਨੇ। ਫਰੀਦਾ ਮਹਿਲ ਨਸੱਖਣ ਰਹਿ ਗਏ, ਵਸ ਆਇਆ ਤਲ, ਗੋਰਾਂ ਸੇ ਨਿਮਾਣੀਆਂ ਬੈਸਨ ਰੂਹਾਂ ਮਲ। ਉਹ ਕਹਿੰਦਾ ਮਹਿਲ ਰਹਿ ਗਏ, ਮਾਲਕ ਤੁਰ ਗਏ। ਕਿੰਨੇ ਖੰਡਰ ਪਏ ਨੇ ਮਹਿਲ, ਕੋਈ ਵੀ ਨਹੀਂ ਉੱਥੇ ਹੁਣ। ਤਖਤ ਰਹਿ ਗਏ, ਰਾਜੇ ਤੁਰ ਗਏ। ਦਿੱਲੀ ਦਾ ਤਖਤ ਅਜੇ ਉੱਥੇ ਹੀ ਹੈਗੇ, ਕਿਤੇ ਗਿਆ ਹੋਇਆ। ਕਿੱਥੇ ਗਏ ਤੇ ਰਾਜ ਕਰਨ ਵਾਲੇ? ਤਖਤ ਰਹਿ ਗਏ, ਰਾਜੇ ਤੁਰ ਗਏ। ਹਾਂਜੀ, ਤਖਤ ਤੇ ਨਹੀਂ ਕਦੇ ਜਾਣਾ, ਤਖਤ ਤਾਂ ਇੱਥੇ ਪਿਆ ਹੋਇਆ। ਰਾਜੇ ਤੁਰ ਜਾਂਦੇ ਨੇ ਤੇ ਤਖਤ ਬਦਲਦੇ ਰਹਿੰਦੇ ਨੇ। ਜਦੋਂ ਵਸੀਅਤਨਾਮਾ ਗੁਰੂ ਨਾਨਕ ਸਾਹਿਬ ਨੇ ਕਾਰੂ ਬਾਦਸ਼ਾਹ ਨੂੰ ਲਿਖ ਕੇ ਦਿੱਤਾ ਤੇ ਕਹਿਤਾ ਵੇਖ ਕੀਤੀ ਗਈ ਵਾਜੇ ਵਜਾਏ, ਤੂੰ ਰਾਜਾ ਹੈ ਨਾ ਤੇ ਤੇਰੇ ਵਾਜੇ ਵੱਜਦੇ ਨੇ। ਤੇਰੇ ਤੋਂ ਪਹਿਲਾਂ ਵੀ ਬੜੇ ਵਾਜੇ ਵਜਾਉਣ ਵਾਲੇ ਇਸ ਧਰਤੀ 'ਤੇ ਹੋਏ ਨੇ। ਵੇਖ ਕੀਤੀ ਗਈ ਵਾਜੇ ਵਜਾਏ, ਵੋਈ ਇੱਕ ਰਹਿਸੀ ਜੋ ਸਾਚਾ ਖੁਦਾਏ। ਇਹ ਤੇਰੇ ਵਾਜੇ ਸਦਾ ਨਹੀਂ ਵੱਜਣੇ, ਇਹ ਤੇਰੇ ਤਖਤ ਸਦਾ ਨਹੀਂ ਰਹਿਣੇ। ਉਹ ਕਹਿੰਦੇ ਤਖਤ ਰਹਿ ਗਏ, ਰਾਜੇ ਤੁਰ ਗਏ। ਨਗਾਰੇ ਰਹਿ ਗਏ, ਨਗਾਰਚੀ ਤੁਰ ਗਏ। ਰਾਜਿਆਂ ਦੇ ਨਗਾਰੇ ਹੁੰਦੇ ਸੀ, ਜਿਸ ਤਰ੍ਹਾਂ 10ਵੇਂ ਪਾਤਸ਼ਾਹ ਨੇ ਰਣਜੀਤ ਨਗਾਰਾ ਬਣਾਇਆ ਸੀ। ਅੱਜ ਹੀ ਵੇਖੋ ਕਈਆਂ ਰਾਜ ਮਹਿਲਾਂ 'ਚ ਜਾ ਕੇ ਉਹਨਾਂ ਦੇ ਨਗਾਰੇ ਵੀ ਪਏ ਹੋਏ ਨੇ, ਪਰ ਵਜਾਉਣ ਵਾਲਾ ਕੋਈ ਨਹੀਂ ਆ। ਨਗਾਰੇ ਰਹਿ ਗਏ, ਨਗਾਰਚੀ ਤੁਰ ਗਏ। ਹਾਂਜੀ, ਸ਼ਸਤਰ ਰਹਿ ਗਏ, ਯੋਧੇ ਤੁਰ ਗਏ। ਸ਼ਸਤਰ ਅਸੀਂ ਸਾਂਭ ਕੇ ਰੱਖੇ ਕਿ ਬਾਬਾ ਦੀਪ ਸਿੰਘ ਦਾ ਹੈ,
ਇਹ ਭਾਈ ਫਲਾਣੇ ਦਾ ਹੈ, ਇਹ ਟਮਕੜੇ ਦਾ ਹੈ। 10ਵੇਂ ਪਾਤਸ਼ਾਹ ਦੀ ਬੰਦੂਕ ਵੀ ਪਈ ਉੱਥੇ, ਸਾਬੂ ਕੀ ਤਲਵੰਡੀ। ਹੋਰ ਸੂਰਮਿਆਂ ਦੇ ਗਾਲੀ ਫੂਲਾ ਸਿੰਘ ਦਾ ਤੇਗਾ ਹੈ। ਹਾਂਜੀ, ਸ਼ਸਤਰ ਰਹਿ ਗਏ, ਯੋਧੇ ਤੁਰ ਗਏ। ਹਾਂਜੀ, ਭੂਮ ਰਹਿ ਗਈ, ਭੂਮੀ ਰਹਿ ਗਈ, ਭੂਮਪਤੀ ਤੁਰ ਗਏ। ਹਜ਼ਾਰਾਂ ਹਜ਼ਾਰਾਂ ਕਿੱਲਿਆਂ ਦੇ ਮਾਲਕ ਸਭ ਤੁਰ ਗਏ। ਧਰਤੀ ਤੇ ਇੱਥੇ ਪਈ ਹੋਈ ਹੈ। ਜਿੱਦਾਂ ਬਾਬਾ ਫਰੀਦ ਜੀ ਨੇ ਕਿਹਾ, ਫਰੀਦਾ ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ। ਇਸ ਧਰਤੀ ਦੇ ਪਤਾ ਨਹੀਂ ਕਿੰਨੇ ਕੁ ਮਾਲਕ ਹੋਏ ਨੇ, ਸਭ ਤੁਰ ਗਏ ਨੇ। ਆਪੋ ਆਪਣੀ ਨੌਬਤ, ਦਿਨ ਦਿਨ ਆਪਣੀ ਨੌਬਤ ਚਲੇ ਬਜਾਏ, 10 ਦਿਨ ਆਪਣੀ ਨੌਬਤ ਚਲੇ ਬਜਾਏ। ਭੂਮੀ ਰਹਿ ਗਈ, ਭੂਪਤ ਤੁਰ ਗਏ, ਭੂਪਤੀ ਤੁਰ ਗਏ। ਇਹਦੇ ਮਾਲਕ ਤੁਰ ਗਏ ਨੇ, ਇੱਥੇ ਪਈ ਹੋਈ ਹੈ। ਦੌਲਤ ਰਹਿ ਗਈ, ਦੌਲਤਵੰਦ ਤੁਰ ਗਏ। ਗੱਡ ਲੈ ਕੰਚਨ ਭਾਰੀ, ਦਰਬ ਸੰਚ ਸੰਚ ਰਾਜੇ ਮੂਏ, ਗੱਡ ਲੈ ਕੰਚਨ ਭਾਰੀ। ਬੜੇ ਬੜੇ ਖਜ਼ਾਨੇ ਰਾਜਿਆਂ ਨੇ ਨੱਪੇ ਸੀ ਧਰਤੀ 'ਚ, 90 ਦੇ 90 ਰਹਿ ਗਏ, ਉਹ ਤੁਰ ਗਏ ਨੇ, ਜਿੱਦਾਂ ਕਾਰੂ ਬਾਦਸ਼ਾਹ ਨੇ ਕੀਤਾ ਸੀ। ਦੌਲਤ ਰਹਿ ਗਈ, ਦੌਲਤਵੰਦ ਤੁਰ ਗਏ ਨੇ। ਸਭ ਕੁਝ ਤੁਰ ਜਾਣਾ, ਇੱਕ ਖੁਦਾ ਇੱਕ ਖੁਦਾਏ ਦਾ ਬੰਦੇ ਰਹਿਣਗੇ, ਬਾਕੀ ਸਭ ਕੁਝ ਤੁਰ ਜਾਣਗੇ। ਸਤਿਗੁਰ ਮੇਰਾ ਸਦਾ ਸਦਾ ਰਹਿੰਦੇ ਗੁਰ ਦਰਿਆਓ ਵਿੱਚ। ਗੁਰੂ ਦਰਿਆ ਵਿੱਚ ਰਹਿੰਦਾ ਹੈ। ਦਰਿਆ ਕੌਣ ਹੈ? ਪਰਮੇਸ਼ਰ ਹੈ। ਤੇ ਗੁਰੂ ਅਰਜਨ ਦੇਵ ਜੀ ਉਹਦੇ ਵਿੱਚ ਆਪਣਾ ਨਿਵਾਸ ਕਰਦੇ ਨੇ। ਸਰੀਰ ਨੂੰ ਤੁਸੀਂ ਖਤਮ ਕਰ ਸਕਦੇ ਹੋ, ਗੁਰੂ ਅਰਜਨ ਦੇਵ ਜੀ ਨੂੰ ਖਤਮ ਨਹੀਂ ਕੋਈ ਕਰ ਸਕਦਾ। ਤੇ ਭਾਈ ਗੁਰਦਾਸ ਜੀ ਹੁਣਾਂ ਨੇ ਅਗਲੀ ਗੱਲ ਬੜੀ ਲਿਖੀ ਹੈ। ਉਹ ਕਹਿੰਦੇ, ਦਰਸ਼ਨ ਦੇਖ ਪਤੰਗ ਜਿਉ, ਜੋਤੀ ਅੰਦਰ ਜੋਤ ਸਮਾਣੀ। ਗੁਰੂ ਅਰਜਨ ਦੇਵ ਦਾ ਕਿੰਨਾ ਪਿਆਰ ਸੀ ਰੱਬ ਦੇ ਨਾਲ। ਜਿਸ ਤਰ੍ਹਾਂ ਇੱਕ ਪਤੰਗਾ, ਦਰਸ਼ਨ ਦੇਖ ਪਤੰਗ ਜਿਉ, ਦੀਵਾ ਜਗ ਗਿਆ ਤੇ ਪਤੰਗੇ ਨੇ ਆਪਣੀ ਖੁੱਡ ਵਿੱਚੋਂ ਨਿਕਲ ਕੇ ਸਿੱਧਾ ਦੀਵੇ ਤੇ ਜਾਣਾ ਤੇ ਸੜ ਕੇ ਤੇ ਮਰ ਜਾਣਾ। ਇਹਨੂੰ ਕਹਿੰਦੇ ਨੇ ਪ੍ਰੀਤ। ਪ੍ਰੀਤ ਪ੍ਰੀਤ ਗੁਰੀਆ। ਜਿਨ੍ਹਾਂ ਦੀ ਪ੍ਰੀਤ ਹੁੰਦੀ ਆ ਨਾ, ਉਹ ਆਪਣੇ ਫਿਰ ਜਿਹੜੇ ਆਸ਼ਿਕ ਹੁੰਦੇ ਨੇ, ਗੁਰੂ ਦੇ ਆਸ਼ਿਕ, ਰੱਬ ਦੇ ਆਸ਼ਿਕ, ਉਹ ਫਿਰ ਕੁਰਬਾਨ ਹੋ ਜਾਂਦੇ ਨੇ ਆਪਣੇ ਇਸ਼ਕ ਤੋਂ, ਕਿਉਂਕਿ ਇਸ਼ਕ ਕੁਰਬਾਨੀ ਮੰਗਦਾ ਹੈ। ਇਹ ਭਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਦੇ ਆਖਰੀ ਦਿਨ ਦੇ ਲਾਹੌਰ ਜੋ ਹੋ ਰਿਹਾ ਉਹਦੇ ਬਾਰੇ ਲਿਖ ਰਹੇ ਨੇ ਕਿ ਦਰਸ਼ਨ ਦੇਖ ਪਤੰਗ ਜਿਉ, ਜੋਤੀ ਅੰਦਰ ਜੋਤ ਸਮਾਣੀ। ਜਿਸ ਤਰ੍ਹਾਂ ਪਤੰਗਾ ਕੁਰਬਾਨ ਹੋ ਜਾਂਦਾ ਹੈ ਆਪਣੇ ਦੀਵੇ ਤੋਂ, ਇਸੇ ਤਰ੍ਹਾਂ ਗੁਰੂ ਅਰਜਨ ਦੇਵ ਆ ਜੀ ਆਪਣੇ ਰੱਬ ਤੋਂ, ਇਸ਼ਕ ਤੋਂ ਕੁਰਬਾਨ ਹੋ ਗਏ। ਜੋਤੀ ਦਰਸ਼ਨ ਦੇਖ ਪਤੰਗ ਜਿਉ, ਜੋਤੀ ਅੰਦਰ ਜੋਤ ਸਮਾਣੀ। ਸ਼ਬਦ ਸੁਰਤ ਲਿਵ ਮਿਰਗ ਜਿਉ। ਅਗਲੀ ਗੱਲ ਉਹਨਾਂ ਨੇ ਜਿਹੜੀ ਲਿਖੀ ਹੈ, ਗੁਰੂ ਅਰਜਨ ਦੇਵ ਦੀ ਸੁਰਤ ਜਿਹੜੀ ਸੀ ਸ਼ਬਦ ਨੂੰ ਇਸ ਤਰ੍ਹਾਂ ਪਕੜਦੀ ਸੀ ਜਿਸ ਤਰ੍ਹਾਂ ਮਿਰਗ ਘੰਡੇ ਹੇੜੇ ਦੀ ਆਵਾਜ਼ ਨੂੰ ਪਕੜਦਾ ਹੈ। ਅਸੀਂ ਤਾਂ ਹੁਕਮਨਾਮਾ ਸੁਣ ਰਹੇ ਨੇ, ਸੁਰਤ ਸਾਡੀ ਪਤਾ ਨਹੀਂ ਕਿੱਥੇ ਗਈ ਹੁੰਦੀ ਹੈ। ਅਸੀਂ ਤੇ ਆਸਾ ਦੀ ਵਾਰ 'ਚ ਬੈਠੇ ਨੇ ਚੌਂਕੜਾ ਮਾਰ ਕੇ ਸੁਣਨ ਵਾਸਤੇ, ਸੁਰਤ ਪਤਾ ਨਹੀਂ ਕਿਹੜੇ ਘੋੜੇ ਕੁੱਤੇ ਖਰੀਦੀ ਫਿਰਦੀ ਹੈ। ਸਾਡੀ ਸੁਰਤ ਤਾਂ ਨਹੀਂ ਪਕੜ ਕਰਦੀ ਸ਼ਬਦ ਦੀ, ਅਵਾਰਾ ਤੁਰੀ ਫਿਰਦੀ ਸਾਡੀ ਸੁਰਤ ਤਾਂ। ਪਰ ਗੁਰੂ ਅਰਜਨ ਦੇਵ ਜੀ ਕਹਿੰਦੇ ਜਦੋਂ ਆਸਾ ਦੀ ਵਾਰ ਸੁਣਦੇ ਸਨ ਤੇ ਸ਼ਬਦ ਸੁਰਤ ਲਿਵ ਮਿਰਗ ਜਿਉ, ਇਸ ਤਰ੍ਹਾਂ ਸੁਰਤੀ ਇਕਾਗਰ ਹੁੰਦੀ ਸੀ ਸ਼ਬਦ ਦੇ ਵਿੱਚ, ਜਿਸ ਤਰ੍ਹਾਂ ਮਿਰਗ ਦੀ ਇਕਾਗਰ ਹੁੰਦੀ ਆ ਆਵਾਜ਼ ਸੁਣਨ ਦੇ ਨਾਲ। ਤੇ ਉਹ ਸੁਰਤ ਤੱਤੀ ਤਵੀ ਤੇ ਡੋਲੀ ਨਹੀਂ ਹੈ। ਇੰਨਾ ਕਸ਼ਟ ਹੁੰਦਿਆਂ ਹੋਇਆਂ ਵੀ ਸ਼ਬਦ ਸੁਰਤ ਲਿਵ ਮਿਰਗ ਜਿਉ,
ਭੀੜ ਪਈ ਚਿੱਤ ਅਵਰ ਨਾ ਆਣੀ। ਏਡੀ ਵੱਡੀ ਭੀੜ ਪੈ ਗਈ, ਮੁਸੀਬਤ ਪੈ ਗਈ, ਤੱਤੀ ਤਵੀ ਆ ਉੱਤੇ ਜਿਸਮ ਪਿਆ ਸੜਦਾ ਹੈ, ਅਤੇ ਉਤੋਂ ਭੜਪੂੰਜਾ ਤੱਤੀ ਰੇਤਾ ਪਿਆ ਪਾਉਂਦਾ ਹੈ, ਅਤੇ ਜੇਠ ਦੀ ਅੱਗ ਪਈ ਵਰਦੀ ਪਈ, ਸੂਰਜ ਤਪਾਉਂਦਾ ਹੈ, ਥੱਲਿਓਂ ਤੱਤੀ ਤਵੀ ਤਪਾ ਰਹੀ ਹੈ, ਭੜਪੂੰਜਾ ਰੇਤਾ ਤਪਾ ਰਿਹਾ ਹੈ। ਸਮੇਂ ਦਾ ਬਾਦਸ਼ਾਹ ਬੜਾ ਤਪਿਆ ਹੋਇਆ ਵਾ। ਅਤੇ ਸਾਈਂ ਮੀਆਂ ਮੀਰ ਕਹਿਣ ਲੱਗੇ ਇਹ ਕੀ? ਕਹਿਣ ਲੱਗੇ ਉਹਦਾ ਭਾਣਾ ਵਾ, ਗੁਰਮੁਖ ਤੇਰਾ ਭਾਣਾ ਭਾਵੇ। ਇੰਨਾ ਕੁਝ ਤੱਤਾ ਹੁੰਦਿਆਂ ਹੋਇਆਂ ਵੀ, ਰੇਤਾ ਤੱਤੀ, ਅੱਗ ਤੱਤੀ, ਤਵੀ ਤੱਤੀ, ਜੇਠ ਦੀ ਧੁੱਪ ਤੱਤੀ, ਬਾਦਸ਼ਾਹ ਤੱਤਾ, ਪਰ ਗੁਰੂ ਅਰਜਨ ਦੇਵ ਨੂੰ ਨਹੀਂ ਕੋਈ ਤਪਾ ਸਕਿਆ। ਕਿਆ ਹੋਇਆ? ਜਿਸਮ ਸੜ ਰਿਹਾ ਹੈ, ਹਮ ਸ਼ਾਂਤ ਹੈ ਹਰੀ ਨਾਮ ਸੇ। ਗੁਰੂ ਅਰਜਨ ਦੇਵ ਨੇ ਸਾਈਂ ਮੀਆਂ ਮੀਰ ਨੂੰ ਆਖਿਆ, ਜਿਸਮ ਸੜਦਿਆਂ ਵੇਖ ਕੇ ਤੁਸੀਂ ਇੰਨੇ ਕਰਲਾ ਉੱਠੇ ਹੋ, ਅਸੀਂ ਤਾਂ ਸ਼ਾਂਤ ਬੈਠੇ ਹੋਏ। ਅੱਜ ਸਾਡਾ ਜਿਸਮ ਨਹੀਂ ਸੜਦਾ, ਸਾਡਾ ਅੰਦਰ ਹੀ ਸੜਿਆ ਹੋਇਆ ਵਾ। ਕ੍ਰੋਧ ਦੀ ਅਗਨੀ ਦੇ ਨਾਲ, ਈਰਖਾ ਦੀ ਅਗਨੀ ਨੇ ਭਾਂਬੜ ਮਚਾਏ ਹੋਏ ਨੇ, ਅਤੇ ਸਾਡਾ ਅੰਦਰ ਸੜਿਆ ਹੋਇਆ ਵਾ। ਰੋਜ਼ ਦੇ 2-4 ਨੌਜਵਾਨ ਗੋਲੀਆਂ ਨਾਲ ਮਾਰੀ ਜਾਂਦੇ ਨੇ ਪੰਜਾਬ ਦੇ ਅੰਦਰ। ਕੀ ਹੋਏ? ਇਹ ਅੰਦਰ ਹੀ ਸੜਿਆ ਅਤੇ ਤਾਂ ਹੀ ਇਸ ਤਰ੍ਹਾਂ ਹੋ ਰਿਹਾ। ਅਜੇ ਹੋਰ ਜਹੇਦਾਰ ਕਹਿੰਦੇ ਆ ਮਾਡਰਨ ਹਥਿਆਰ ਰੱਖੋ। ਵੇਖੋ, ਤਖਤ ਤੋਂ ਕਹਿੰਦੇ ਆ ਮਾਡਰਨ ਹਥਿਆਰ ਰੱਖੋ, ਬੰਦੂਕਾਂ ਰੱਖੋ। ਕਹਿੰਦਾ ਦੱਸੋ, ਸਾਰੇ ਪੰਜਾਬ ਦੇ ਅੰਦਰ ਇਹਨਾਂ 'ਤੇ ਬੈਨ ਲੱਗਣਾ ਚਾਹੀਦਾ, ਸ਼ਸਤਰਾਂ 'ਤੇ। ਆਪੇ ਨੌਜਵਾਨ ਬਚ ਜਾਣਗੇ ਗੋਲੀਆਂ ਤੋਂ। ਹਲਾਸ਼ੇਰੀ ਦੇ ਦਿੰਦੇ ਨੇ ਉੱਚੀਆਂ ਅਹੁਦਿਆਂ 'ਤੇ ਬੈਠੇ, ਸ਼ਸਤਰ ਰੱਖੋ ਜੇ, ਮਾਡਰਨ ਨਵੇਂ ਜ਼ਮਾਨੇ ਦੇ ਸ਼ਸਤਰ ਰੱਖੋਗੇ। ਤੈਨੂੰ ਤਾਂ 5-6 ਪੁਲਿਸ ਵਾਲੇ ਮਿਲੇ ਨੇ, ਅਤੇ ਦੂਜਿਆਂ ਦਾ ਕੀ ਬਣੂ ਜਿਹੜੇ ਰੱਖ ਲੂ ਅਤੇ ਰਾਤ ਨੂੰ ਆਣ ਕੇ ਲੁੱਟ ਕੇ ਲੈ ਜਾਣਗੇ। ਹਥਿਆਰ ਸਾਂਭਣ ਵਾਸਤੇ ਵੀ ਵੱਡੀ ਸਿਆਣਪ ਚਾਹੀਦੀ ਆ। ਰਾਤ ਨੂੰ ਸ਼ਸਤਰ ਕੋਲ ਲੈ ਕੇ ਕੋਈ ਸੁੱਤਾ, ਕੋਈ ਆ ਗਿਆ, ਅਤੇ ਕੀ ਕਰੂ ਸ਼ਸਤਰ? ਉਹ ਸ਼ਸਤਰ ਵੀ ਖੋਣਗੇ ਅਤੇ ਬੰਦੇ ਨੂੰ ਮਾਰ ਕੇ ਤੁਰ ਜਾਣਗੇ। ਨਹੀਂ ਸਾਹਿਬ ਕਹਿੰਦੇ ਸ਼ਬਦ ਸੁਰਤ ਲਿਵ ਮਿਰਗ ਜਿਉਂ, ਭੀੜ ਪਈ ਚਿੱਤ ਅਵਰ ਨਾ ਆਣੀ। ਮੈਂ ਕਹਿ ਰਿਹਾ ਸੀ ਇਹ ਦੁਨੀਆ ਤਪ ਗਈ ਆ, ਗੁਰੂ ਅਰਜਨ ਦੇਵ ਠੰਡੇ ਬੈਠੇ ਹੋਏ ਨੇ। ਜਿਸਮ ਸੜ ਰਿਹਾ ਹੈ, ਅੰਦਰ ਠੰਡਾ ਹੈ, ਸਾਡਾ ਬਾਹਰ ਜਿਸਮ ਠੰਡਾ, ਏਸੀਆਂ 'ਚ ਬੈਠੇ ਹੋਏ ਆ, ਅੰਦਰ ਤਪ ਰਿਹਾ। ਅਤੇ ਅਗਲੀ ਗੱਲ ਉਹਨਾਂ ਨੇ ਲਿਖੀ ਹੈ ਕਿ ਚਰਨ ਕਮਲ ਮਿਲ ਭਵਰ ਜਿਉਂ, ਪਤੰਗਾ ਅੱਗ 'ਤੇ ਸੜਦਾ ਹੈ, ਅਤੇ ਜਿਹੜਾ ਭੌਰਾ ਹੁੰਦਾ ਹੈ ਉਹ ਫੁੱਲ 'ਤੇ ਮਰਦਾ ਹੈ। ਦੋਵੇਂ ਵੱਖੋ ਵੱਖਰੀਆਂ ਜਾਤੀਆਂ ਨੇ। ਪਤੰਗਾ, ਜਦੋਂ ਹੁਣ ਮੀਂਹ ਪੈਣੇ ਅਤੇ ਆਪਾਂ ਲਾਈਟਾਂ ਜਗਾਉਣੀਆਂ ਤਾਂ ਨਿਕਲ ਕੇ ਆਉਂਦੇ, ਇਹਨਾਂ ਨੂੰ ਪਤੰਗਾ ਬੋਲਿਆ ਜਾਂਦਾ ਹੈ। ਅਤੇ ਭੌਰਾ ਹੁੰਦਾ ਜਦੋਂ ਫੁੱਲ ਖਿੜਦਾ ਅਤੇ ਉਹਦੇ ਵਿੱਚੋਂ ਮਕਰੰਦ ਚੂਸਦਾ ਹੈ, ਅਤੇ ਚੂਸਦਾ ਇੰਨਾ ਮਗਨ ਹੋ ਜਾਂਦਾ, ਰਾਤ ਨੂੰ ਕੌਲ ਫੁੱਲ ਬੰਦ ਹੋ ਜਾਂਦਾ ਅਤੇ ਉਹਦੇ ਅੰਦਰ ਹੀ ਉਹ ਮਰ ਜਾਂਦਾ ਗੁੰਮ ਹੋ ਕੇ। ਸਾਹਿਬ ਕਹਿੰਦੇ ਗੁਰੂ ਅਰਜਨ ਦੇਵ ਦੇ ਇੰਨੇ ਰੱਬ ਦੇ ਚਰਨਾਂ ਨਾਲ ਜੁੜੇ ਸੀ, ਜਿਸ ਤਰ੍ਹਾਂ ਇੱਕ ਭੌਰਾ ਜੁੜਦਾ ਹੈ। ਚਰਨ ਕਮਲ ਮਿਲ ਭਵਰ ਜਿਉਂ, ਸੁਖ ਸੰਪਟ ਵਿੱਚ ਰਹਿਣ ਵਿਹਾਣੀ। ਸੰਪਟ, ਆਲੇ ਦੁਆਲੇ ਜਿਸ ਨੂੰ ਬੰਦ ਕਰਦੇ ਉਹਨੂੰ ਕਹਿੰਦੇ ਸੰਪਟ ਕਰ ਦਿੱਤਾ ਗਿਆ। ਜਿੱਦਾਂ ਸੰਪਟ ਪਾਠ ਕਰਨਾ ਹੈ। ਗੁਰੂ ਅਰਜਨ ਦੇਵ ਨੇ ਸੁਖਮਣੀ 52 ਅੱਖਰੀ ਨੂੰ ਸੰਪਟ ਲਾਇਆ ਵਾ। ਇਹ ਸਲੋਕ ਆਦਿ ਅੰਤ ਪੜ੍ਹਨਾ, ਇਹਨੂੰ ਸੰਪਟ ਕਹਿੰਦੇ ਨੇ। ਪਹਿਲਾਂ ਵੀ ਪੜ੍ਹਨਾ, ਉਸੇ ਸਲੋਕ ਨੂੰ ਅਖੀਰ 'ਤੇ ਪੜ੍ਹ ਦੇਣਾ, ਉਹਨੂੰ ਕਹਿੰਦੇ ਸੰਪਟ ਲਾ ਦੇਣਾ। ਮਨ ਸੰਪਟ ਜਿਤ ਸਤ ਸਰਨਾਵਣ, ਇਹ ਸਲੋਕ ਆਦਿ ਅੰਤ ਪੜ੍ਹਨਾ। ਇਹ 52 ਅੱਖਰੀ ਨੂੰ ਸੰਪਟ ਲੱਗਾ ਹੋਇਆ। ਕਹਿਣ ਲੱਗੇ ਠੀਕ ਹੈ, ਭੀੜ ਬੜੀ ਪਈ ਹੋਈ ਆ, ਜਿਸਮ ਬੜਾ ਸੜਿਆ ਹੋਇਆ ਵਾ, ਪਰ ਆਖਰੀ ਰਾਤ ਗੁਰੂ ਅਰਜਨ ਦੇਵ ਦੀ ਉਸ ਭੌਰੇ ਵਾਂਗੂ ਬਤੀਤ ਹੋਈ ਆ, ਜਿਹੜਾ ਮਕਰੰਦ ਚੂਸ ਰਿਹਾ, ਮਜ਼ੇ ਨਾਲ ਬੈਠਾ ਹੋਇਆ ਫੁੱਲ ਦੇ ਵਿੱਚ।
ਚਰਨ ਕਮਲ ਮਿਲ ਭਵਰ ਜਿਉ, ਸੁਖ ਸੰਪਟ ਵਿੱਚ ਰਹਿਣ ਬਿਹਾਣੀ। ਗੁਰ ਉਪਦੇਸ ਨ ਵਿਸਰੈ, ਬਾਬੀ ਹੈ ਜੋ ਆਖ ਵਖਾਣੀ। ਕਹਿਣ ਲੱਗੇ ਗੁਰੂ ਅਰਜਨ ਦੇਵ ਦੀ ਯਾਦ, ਉਹਨਾਂ ਦਾ ਸਿਮਰਨ ਕਿਸ ਤਰ੍ਹਾਂ ਦਾ? ਜਿਸ ਤਰ੍ਹਾਂ ਇੱਕ ਬਬੀਹਾ ਦਿਨੇ ਰਾਤ ਬਬੀਹਾ ਪ੍ਰਿਉ 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 ਕਰੇ, ਜਲ ਨਿਧ ਪ੍ਰੇਮ ਪਿਆਰ। ਉੱਥੇ ਵੀ ਜਾ ਕੇ ਬਿਪਤਾ ਵਾਲੀ ਰਾਤ ਵੀ ਗੁਰੂ ਅਰਜਨ ਦੇਵ ਨੂੰ ਰੱਬੀ ਯਾਦ ਨਹੀਂ ਭੁੱਲੀ। ਜਿਸ ਤਰ੍ਹਾਂ ਬਬੀਹਾ ਦੀ ਨਾ, ਜਿੱਦਾਂ ਬਬੀਹਾ ਬੋਲਦਾ ਹੈ ਨਾ, ਅੰਮ੍ਰਿਤ ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਇਸੇ ਤਰ੍ਹਾਂ ਗੁਰੂ ਉਪਦੇਸ਼। ਗੁਰੂ ਦਾ ਉਪਦੇਸ਼ ਕੀ ਹੈ? ਗੁਰੂ ਦਾ ਨਾਮ, ਗੁਰੂ ਦੀ ਯਾਦ, ਗੁਰੂ ਦਾ ਸਿਮਰਨ, ਇਹ ਗੁਰੂ ਦਾ ਉਪਦੇਸ਼ ਹੈ। ਅੱਜ ਸਾਡੀ ਕੌਮ ਨੁਕਤਾਚੀਨੀ ਦਾ ਸ਼ਿਕਾਰ ਹੋ ਗਈ। ਸਾਡੀ ਕੌਮ ਦੇ ਵਿਦਵਾਨ ਟੋਟਲ ਸਾਰੇ ਹੀ ਇੱਕ ਦੂਸਰੇ ਦੀ ਨਿੰਦਾ। ਗੁਰੂ ਉਪਦੇਸ਼ ਨਾ ਵਿਸਰੇ, ਗੁਰੂ ਦਾ ਨਾਮ ਨਹੀਂ ਵਿਸਰਿਆ। ਜਿਸ ਤਰ੍ਹਾਂ ਬਾਬੀ ਹੈ ਜਿਉ, ਜਿਸ ਤਰ੍ਹਾਂ ਬਬੀਹਾ ਆਖ ਵਖਾਣੀ, ਜਿਸ ਤਰ੍ਹਾਂ ਬਬੀਹਾ ਬੋਲਦਾ ਹੈ। ਗੁਰੂ ਅਰਜਨ ਦੇਵ ਇਸ ਤਰ੍ਹਾਂ ਰੱਬ ਨੂੰ ਯਾਦ ਪਏ ਕਰਦੇ ਸੀ। ਉਹ ਕਹਿੰਦੇ ਕਿ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰੈ ਤੁਧ ਭਗਵੰਤਾ। ਮੋਇ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਓ। ਮੇਰਾ ਮਨ ਲੋਚੇ, ਤਰਸ ਰਿਹਾ, ਲੋਚ ਰਿਹਾ, ਇੱਛਾ ਕਰ ਰਿਹਾ ਮੇਰਾ ਮਨ ਕਿਸ ਦੀ? ਮੇਰਾ ਮਨ ਲੋਚੇ ਗੁਰ ਦਰਸ਼ਨ ਤਾਈ। ਤ੍ਰਿਖਾ ਨਾ ਉਤਰੇ, ਸ਼ਾਂਤ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਓ। ਬਿਨ ਦੇਖੇ ਗੁਰ ਦਰਬਾਰੇ ਜੀ। ਇਸ ਕਰਕੇ ਗੁਰ ਉਪਦੇਸ਼ ਨਾ ਵਿਸਰੇ, ਬਾਬੀ ਹੈ ਜੋ ਆਖ ਵਖਾਣੀ। ਅਖੀਰਲੀ ਤੁਕ ਚੋਂ ਨਫਿਆ, ਗੁਰਮੁਖ ਸੁਖ ਪਾਲ ਪਰਮ ਰਸ, ਸਹਿਜ ਸਮਾਦ ਸਾਧ ਸੰਗ ਜਾਣੀ। ਜਿਹੜੇ ਗੁਰਮੁਖ ਹੁੰਦੇ ਨਾ, ਗੁਰਮੁਖ ਸੁਖ ਫਲ, ਉਹਨਾਂ ਕੋਲ ਸੁਖ ਹੁੰਦਾ ਹੈ, ਉਹਨਾਂ ਕੋਲ ਫਲ ਕੀ ਹੁੰਦਾ ਹੈ? ਪਰਮ ਰਸ। ਉਹ ਰੱਬ ਦੇ ਰਸ ਨੂੰ, ਨਾਮ ਦੇ ਰਸ ਨੂੰ ਪੀਂਦੇ ਨੇ। ਤੇ ਸਹਿਜ ਸਮਾਦ ਸਾਧ ਸੰਗ ਜਾਣੀ। ਅੱਜ ਬੜੀ ਰੌਲੀ ਪੈ ਰਹੀ ਹੈ, ਅਸੀਂ ਤੁਹਾਨੂੰ ਸਹਿਜ ਘਰ 'ਚ ਲੈ ਜਾਵਾਂਗੇ, ਤੁਹਾਨੂੰ ਤੁਹਾਡੀਆਂ ਸਮਾਧੀਆਂ ਲਾ ਦਾਂਗੇ। ਕੋਈ ਕਹਿੰਦਾ ਤੁਸੀਂ ਨੱਕ ਦੇ ਉੱਤੇ ਇੱਥੇ ਧਿਆਨ ਹੈ, ਮੈਂ ਬੜੇ ਜਪ ਤਪ ਕੀਤੇ, ਗੱਲ ਨਹੀਂ ਬਣੀ। ਕੋਈ ਕਹਿੰਦਾ ਸੀ ਮੈਨੂੰ ਇੱਥੇ ਕੋਈ ਸਰਹੰਦ ਲੱਗ ਗਿਆ, ਉਹ ਨੱਕ ਉੱਤੇ ਧਿਆਨ ਲਾਉਂਦੇ, ਹੈ ਅੰਮ੍ਰਿਤਧਾਰੀ ਸਾਰੇ। ਕਹਿੰਦਾ ਮੈਂ ਬੜੇ ਜਪ ਤਪ ਕੀਤੇ, ਗੱਲ ਨਾ ਬਣੀ। ਮੈਂ ਉਹਨਾਂ ਕੋਲ ਗਿਆ ਜਿਹੜੇ ਨੱਕ ਉੱਤੇ ਧਿਆਨ ਲਾਉਂਦੇ ਨੇ, ਅਤੇ ਮੈਂ ਨੱਕ 'ਤੇ ਧਿਆਨ ਲਾਇਆ ਅਤੇ ਮੇਰੀ ਗੱਲ ਬਣ ਗਈ ਹੈ। ਅਤੇ ਮੈਂ ਜਦੋਂ ਨੱਕ 'ਤੇ ਧਿਆਨ ਲਾਇਆ ਸੀ, ਅਤੇ ਜੇ ਵਿੱਚੋਂ ਸੀਂਡ ਨਿਕਲ ਆਉਂਦਾ ਨੱਕ ਤੇਰੇ ਦੇ, ਫੇਰ ਕੀ ਕਰ ਦੂੰ? ਉਹ ਨੱਕ ਉੱਤੇ ਵੀ ਧਿਆਨ ਲਾਈਦਾ ਹੁੰਦਾ ਹੈ। ਬੇਵਕੂਫ ਕਿੱਥੋਂ ਪੈਦਾ ਹੋ ਗਏ ਸਾਡੀ ਕੌਮ 'ਚ। ਨਹੀਂ ਨਹੀਂ ਨਹੀਂ, ਗੁਰਮੁਖ ਸੁਖ ਫਲ ਪਿਰਮ ਰਸ, ਸਹਿਜ ਸਮਾਧ। ਤੂੰ ਸਹਿਜ 'ਚ ਜਾਣਾ ਚਾਹੁੰਦਾ ਹੈ, ਤੂੰ ਸਮਾਧ 'ਚ ਜਾਣਾ ਚਾਹੁੰਦਾ ਹੈ, ਸਾਧ ਸੰਗ ਜਾਣੀ। ਇਹ ਸੰਗਤ 'ਚ ਬੈਠਿਆ ਕਰ, ਜਾਂ ਸਦੀਵਾਰ 'ਚ ਬੈਠਿਆ ਕਰ, ਕੀਰਤਨ ਸੁਣਿਆ ਕਰ, ਫੇਰ ਪਤਾ ਲੱਗੂਗਾ ਸਹਿਜ ਸਮਾਧ ਕੀ ਹੁੰਦੀ ਹੈ। ਤੇ ਗੁਰ ਅਰਜਨ ਵਿਟੋਂ ਕੁਰਬਾਣੀ। ਅਖੀਰ 'ਤੇ ਫਿਰ ਭਾਈ ਗੁਰਦਾਸ ਜੀ ਕਹਿੰਦੇ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਅਸੀਂ ਤੁਹਾਡੇ ਤੋਂ ਕੁਰਬਾਨ ਸਦਕੇ। ਇੰਨੀਆਂ ਭੀੜਾਂ, ਇੰਨੀਆਂ ਮੁਸੀਬਤਾਂ ਵਿੱਚ ਵੀ ਤੁਸੀਂ ਅਡੋਲ ਬੈਠੇ ਰਹੇ। ਇੰਨਾ ਤਪਾਉਂਦਿਆਂ ਹੋਇਆਂ ਤੁਹਾਨੂੰ ਤੁਸੀਂ ਫੇਰ ਹੀ ਤਪੇ। ਇਸ ਕਰਕੇ ਗੁਰ ਅਰਜਨ ਵਿਟੋਂ ਕੁਰਬਾਨੀ, ਗੁਰ ਅਰਜਨ ਵਿਟੋਂ ਕੁਰਬਾਨੀ। ਐਸੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਤਿੰਨਾਂ ਦੀ ਸ਼ਹੀਦੀ ਨੂੰ ਪ੍ਰਣਾਮ। ਧੰਨ ਗੁਰੂ ਅਰਜਨ ਦੇਵ ਜੀ ਰਹਿਮਤਾਂ ਬਖਸ਼ਾਂ ਕਰਨ, ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।